ਨਾਜ਼ੀਆਂ ਦਾ ਆਧਾਰ ਤਾਂ ਛੋਟਾ ਸੀ, ਯੂਰਪ ਤੱਕ ਉਹਨਾਂ ਨੇ ਬਾਅਦ 'ਚ ਮਾਰ ਕੀਤੀ, ਪਰ ਅੱਜ ਹਿੰਦੁਸਤਾਨ ਦੀ ਵਿਚਾਰਧਾਰਾ ਜਿਹੜੀ ਨਾਜ਼ੀਆਂ ਦੀ ਵਨ ਨੇਸ਼ਨ, ਵਨ ਰੇਸ, ਵਨ ਲੀਡਰ, ਵਨ ਪੀਪਲ, ਇਸ ਤੋਂ ਪ੍ਰਭਾਵਿਤ ਸੀ। 1 ਬਿਲੀਅਨ 400 ਮਿਲੀਅਨ ਲੋਕ ਅੱਜ ਉਸ ਵਿਚਾਰਧਾਰਾ ਵਾਲਿਆਂ ਦੇ ਜ਼ਬਰ ਦਾ ਸ਼ਿਕਾਰ ਨੇ। ਹਕੂਮਤ ਨੇ ਟੈਂਕਾਂ ਤੋਪਾਂ ਦਾ ਮੂੰਹ ਉਸ ਹਰਮੰਦਰ ਵੱਲ ਮੋੜਿਆ ਜਿਸ ਪ੍ਰਥਾਏ ਅਸੀਂ ਰੱਬ ਦਾ ਘਰ, 4 ਦਰਵਾਜ਼ੇ, ਕਬੀਰ ਜਹ ਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਕਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਦਰਜਨਾ ਸਿੰਘ ਉਸੇ ਰੋਹ ਰੀਤ 'ਤੇ ਚੱਲਦੇ ਆ ਜਿਹੜੀ ਕਦੇ ਬਾਬਾ ਗੁਰਬਖਸ਼ ਸਿੰਘ ਨੇ ਆਪਣੇ 30 ਸਾਥੀ ਸਿੰਘਾਂ ਦੇ ਨਾਲ ਅਬਦਾਲੀ ਦੀ ਫੌਜਾਂ ਨਾਲ ਟੱਕਰ ਲੈਂਦਿਆਂ ਜੂਝ ਕੇ ਸ਼ਹੀਦੀ ਪਾਈ ਸੀ ਕਿ ਦੁਸ਼ਮਣ ਦਾ ਜਰਨੈਲ ਇਹ ਕਹਿਣ 'ਤੇ ਮਜਬੂਰ ਹੁੰਦਾ ਹੈ ਕਿ ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ। 1849 ਤੱਕ ਸਾਡੇ ਕੋਲ ਮੌਜੂਦਾ ਵਲਾਇਤ ਤੋਂ ਦੁੱਗਣਾ ਏਰੀਏ ਦਾ 2.5 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਦਾ ਰਾਜ ਭਾਗ ਸੀ। ਅਸੀਂ ਬਾਦਸ਼ਾਹ, ਅਸੀਂ ਤਾਂ ਬੌਰਨ ਪਾਤਸ਼ਾਹ। ਜਾਂ ਅਸੀਂ ਸਾਵਰਨ ਹੋਵਾਂਗੇ, ਪਾਤਸ਼ਾਹਤ ਲਵਾਂਗੇ, ਤੇ ਜਾਂ ਅਸੀਂ ਲੜਦੇ ਹੋਏ ਸ਼ਹੀਦੀ। ਔਰ ਸਾਡੇ ਦੋਨਾਂ ਹੱਥਾਂ 'ਚ ਲੱਡੂ ਨੇ, ਕਿਉਂਕਿ ਜੇ ਇਤ ਕੋ ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤ ਕੋ ਜਾਂ ਅਗਲੋ ਪਾਵਾ। ਜੇ ਲੜਦਿਆਂ ਸ਼ਹੀਦੀ ਮਿਲੀ ਤੇ ਰਾਜ ਹੈ, ਤੇ ਨਹੀਂ ਤਾਂ ਸ਼ਹੀਦੀ ਗੁਰੂ ਦੀ ਗੋਦ ਹੈ। ਇਹ ਤਾਂ ਗੁਰਦੁਆਰੇ ਮੈਨੇਜ ਨਹੀਂ ਹੁੰਦੇ ਜੀ, ਇਹ ਰਾਜ ਕਿਵੇਂ ਸਾਂਭ ਲੈਣਗੇ ਜੀ। ਹੁਣ ਤੁਸੀਂ ਦੇਖੋ, ਜੇ ਰਾਜ ਕਿਸੇ ਨੇ ਕੀਤਾ ਸੱਚਮੁੱਚ 1 ਸਦੀ ਬਾਅਦ, ਜੇ ਅੱਜ ਵੀ 40 ਸਾਲ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਕ ਆਈਡੀਅਲ ਰਾਜ, BBC ਦੇ ਇੱਕ ਪ੍ਰੋਪਰ ਉਹਨਾਂ ਦੀ ਇੱਕ ਜਿਹੜੀ ਸਟੱਡੀ ਸੀ ਉਹਦੇ 'ਚ ਉਹਨਾਂ ਨੇ ਕਿਹਾ ਵੀ 5-6 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਉਹ ਇੱਕ ਆਈਡੀਅਲ ਕਿੰਗਡਮ ਸੀ। ਜੇ ਤੁਸੀਂ ਪ੍ਰਬੰਧ ਦੇਖਣਾ ਹੈ, ਤੁਸੀਂ ਹੋਲਾ ਮਹੱਲਾ 'ਚ ਮਿਲੀਅਨਸ ਆਫ ਸਿੱਖ ਇਕੱਠੇ ਹੁੰਦੇ ਨੇ। ਅਨੰਦਪੁਰ ਸਾਹਿਬ ਹੈ, ਅੰਮ੍ਰਿਤਸਰ ਸਾਹਿਬ ਹੈ, ਯੂਬਾ ਸਿਟੀ ਕਦੇ ਤੁਸੀਂ ਨਵੰਬਰ ਦੇ ਪਹਿਲੇ ਹਫ਼ਤੇ ਆਓ, 2 ਲੱਖ ਸਿੱਖ ਹੁੰਦੇ ਨੇ। ਕੋਈ ਉਹਨਾਂ ਨੂੰ ਜਿਹੜਾ ਉੱਤੋਂ ਗਾਈਡ ਨਹੀਂ ਕਰ ਰਿਹਾ ਹੁੰਦਾ। ਕੋਵਿਡ-19 ਦੇ ਚੱਲਦੇ ਆ ਦੁਨੀਆ ਭਰ 'ਚ ਸਿੱਖਾਂ ਨੇ ਕਿਸ ਕਿਸਮ ਦੀ ਹਿਊਮੈਨੀਟੇਰੀਅਨਿਜ਼ਮ ਦਾ ਵਿਖਾਵਾ ਕੀਤਾ। ਅਸੀਂ ਰਾਜ ਕਿਸੇ ਦਾ ਹੱਕ ਖੋਣ ਲਈ ਨਹੀਂ ਲੈਣਾ। ਜਿਨ੍ਹਾਂ ਨੂੰ ਕੋਈ ਭੁਲੇਖਾ ਹੈ ਕਿ ਖਾਲਿਸਤਾਨ ਦਾ ਸੰਵਿਧਾਨ ਕੀ ਹੋਏਗਾ, ਖਾਲਿਸਤਾਨ ਦਾ ਤਰਜ਼ੇ ਹਕੂਮਤ ਕੀ ਹੋਏਗਾ, ਇਹ ਕੋਈ ਸਾਊਦੀ ਅਰੇਬੀਆ ਜਾਂ ਈਰਾਨ ਵਾਂਗ ਥਿਓਕ੍ਰੇਸੀ ਹੋਏਗੀ ਜਾਂ ਕੋਈ ਤਾਲਿਬਾਨ ਰਾਜ ਹੋਏਗਾ, ਉਹ ਖਾਲਿਸਤਾਨ ਦਾ ਐਲਾਨਨਾਮਾ ਜ਼ਰੂਰ ਪੜ੍ਹਨ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੈ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿਨਾ ਧਨ ਜਣੇਂਦੀ ਮਾਓ ਆਏ ਸਫਲ ਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂਆਂ ਦੀ ਵਰਸਾਈ ਧਰਤੀ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਫਰੈਂਕਫਰਟ ਦੀ ਇਸ ਧਰਤੀ 'ਤੇ, ਜਿੱਥੋਂ ਕਦੇ ਵਿਨਾਸ਼ ਦਾ, ਤਬਾਹੀ ਦਾ ਸੁਨੇਹਾ 1930 'ਚ ਗਿਆ ਸੀ, ਨਾਜ਼ੀ ਵਿਚਾਰਧਾਰਾ, ਸਵਾਸਤਕ, ਤੇ ਕਰੋੜਾਂ ਲੋਕਾਂ ਦੀ ਮੌਤ ਤੋਂ ਬਾਅਦ ਦੁਨੀਆ ਦੇ ਵਿੱਚ ਇਹ ਨਾਅਰਾ ਗੂੰਜਿਆ ਸੀ, ਨੈਵਰ ਅਗੇਨ, ਨੈਵਰ ਅਗੇਨ। ਅੱਜ ਗੁਰੂ ਨਾਨਕ ਦੇ ਪੁੱਤਰ ਪੁੱਤਰੀਆਂ, ਉਹ ਗੁਰੂ ਨਾਨਕ ਜਿਨ੍ਹਾਂ ਨੇ ਵੇਲੇ ਦੇ ਹਾਕਮਾਂ ਨੂੰ ਅੱਖਾਂ 'ਚ ਅੱਖਾਂ ਪਾ ਕੇ ਵੰਗਾਰਦਿਆਂ ਫਰਮਾਇਆ ਸੀ, ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਅੱਜ ਗੁਰੂ ਨਾਨਕ ਦੇ ਸਿੱਖ ਇਸ ਧਰਤੀ 'ਤੇ ਖਲੋ ਕੇ ਇਸ ਪਲੈਨਟ ਦੇ 8 ਬਿਲੀਅਨ ਲੋਕਾਂ ਨੂੰ ਸੁਨੇਹਾ ਦੇ ਰਹੇ ਨੇ ਕਿ ਨਾਜ਼ੀਆਂ ਦਾ ਆਧਾਰ ਤਾਂ ਛੋਟਾ ਸੀ, ਯੂਰਪ ਤੱਕ ਉਹਨਾਂ ਨੇ ਬਾਅਦ 'ਚ ਮਾਰ ਕੀਤੀ, ਪਰ ਅੱਜ ਹਿੰਦੁਸਤਾਨ ਦੀ ਵਿਚਾਰਧਾਰਾ ਜਿਹੜੀ ਨਾਜ਼ੀਆਂ ਦੀ ਵਨ ਨੇਸ਼ਨ, ਵਨ ਰੇਸ, ਵਨ ਲੀਡਰ, ਵਨ ਪੀਪਲ, ਇਸ ਤੋਂ ਪ੍ਰਭਾਵਿਤ ਸੀ
1 ਬਿਲੀਅਨ 400 ਮਿਲੀਅਨ ਲੋਕ ਅੱਜ ਉਸ ਵਿਚਾਰਧਾਰਾ ਵਾਲਿਆਂ ਦੇ ਜ਼ਬਰ ਦਾ ਸ਼ਿਕਾਰ ਨੇ। 40 ਵਰ੍ਹੇ ਪਹਿਲਾਂ ਜਿਸ ਹਕੂਮਤ ਨੇ ਟੈਂਕਾਂ ਤੋਪਾਂ ਦਾ ਮੂੰਹ ਉਸ ਹਰਮੰਦਰ ਵੱਲ ਮੋੜਿਆ, ਜਿਸ ਪ੍ਰਥਾਏ ਜਦੋਂ ਅਸੀਂ ਹਰੀ ਮੰਦਰ ਕਹਿੰਦੇ ਹਾਂ, ਪੁਰਾਤਨ ਪੰਜਾਬੀ 'ਚ ਮੰਦਰ ਲਫ਼ਜ਼ ਘਰ ਦੇ ਤੌਰ 'ਤੇ ਇਸਤੇਮਾਲ ਹੁੰਦਾ ਸੀ। ਰੱਬ ਦਾ ਘਰ, 4 ਦਰਵਾਜ਼ੇ। ਕਬੀਰ ਜਹ ਦਰ ਆਵਤ ਜਾਤਿਓ, ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ, ਜੋ ਦਰ ਐਸਾ ਹੋਏ। ਉਹਨਾਂ ਨੇ ਆਪਣੀ ਚਿੱਠੀ ਤਾਂ ਉਦੋਂ ਹੀ ਦਰਗਾਹ ਦੇ ਵਿੱਚ ਪੜਵਾ ਲਈ ਸੀ, ਅਤੇ ਉਸ ਧਰਤੀ ਦੇ ਉੱਤੇ ਜਿੱਥੇ ਗੁਰੂ ਸਾਹਿਬਾਨ ਨੇ ਉਹ ਮਨੁੱਖ ਘੜਿਆ 10 ਜਾਮਿਆਂ ਦੇ ਵਿੱਚ 1469 ਤੋਂ 1699 ਤੱਕ, ਜਿਹੜਾ ਰੂਹ ਦੇ ਤੌਰ 'ਤੇ ਨਿਰੰਕਾਰ ਨਾਲ ਜੁੜਿਆ ਹੋਇਆ। ਬੁੱਧ ਸੋ ਦੀਪਕ ਜਿਉਂ ਉਜਿਆਰ ਹੈ, ਇੰਟੈਲੈਕਟ ਐਜ਼ ਸ਼ਾਰਪ ਐਜ਼ ਦਾ ਕੈਂਡਲ ਲਾਈਟ, ਸਰੀਰਕ ਤੌਰ 'ਤੇ ਤੰਦਰੁਸਤ, ਅਤੇ ਜਿਸ ਦਾ ਇਨਸਿਗਨੀਆ, ਜਿਸ ਦਾ ਮਿਸ਼ਨ ਸਰਬੱਤ ਦਾ ਭਲਾ, ਅਤੇ ਜਿਹੜਾ ਇਸ ਧਰਤੀ ਦੇ ਉੱਤੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਉਸ ਨਿਰੰਕਾਰ ਦੇ ਕਿਸੇ ਮੌਜ ਦੀ ਘੜੀ 'ਚ ਇਹ ਖਾਲਸੇ ਦਾ ਪ੍ਰਗਟਾ ਹੋਣਾ, ਅਤੇ ਉਸ ਦੀ ਮੰਜ਼ਿਲ ਹੀ ਇਸ ਰਸਤੇ ਵੱਲ ਗੁਰੂ ਸਾਹਿਬ ਨੇ ਤੋਰੀ। ਤੁਸੀਂ ਬਾਣੀ ਪੜ੍ਹਦੇ ਹੋ, ਸ਼ਲੋਕ ਵਾਰਾਂ ਤੇ ਵਧੀਕ ਗੁਰੂ ਗ੍ਰੰਥ ਸਾਹਿਬ ਦੇ ਅਖੀਰ 'ਚ ਜਾ ਕੇ ਹੈ। ਜਿਹੜੇ ਸ਼ਲੋਕ ਪੌੜੀ ਦੇ ਨਾਲ ਨਹੀਂ ਐਡਜਸਟ ਹੋਏ ਉਹ ਉਸ ਦੇ ਵਿੱਚ ਨੇ, ਔਰ ਉਹਨਾਂ ਸ਼ਲੋਕਾਂ 'ਚ ਹੀ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਹੈ ਜਿਹੜੇ ਸਾਡੇ ਰਾਗੀ ਸਿੰਘ ਅਕਸਰ ਸ਼ਹੀਦੀ ਦੀਵਾਨਾ ਮੌਕੇ ਗਾਇਨ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਦਾ। ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ 'ਤੇ ਰੱਖ ਲੈ ਅਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ 'ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ। ਪਰ ਇੱਕ ਸ਼ਲੋਕ ਇਸ ਦੇ ਬਿਲਕੁਲ ਨਾਲ, ਉਸ ਤੋਂ ਅੱਗੇ ਹੈ, ਨਾਲ ਕਿਰਾੜਾ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ, ਆਵੈ ਕਿਸੈ ਥਾਏ। ਹੁਣ ਇਹ 2 ਕਿਸਮ ਦੇ ਇਨਸਾਨ ਗੁਰੂ ਸਾਹਿਬ ਨੇ ਆਈਡੈਂਟੀਫਾਈ ਕੀਤੇ। ਇੱਕ ਤਾਂ ਪਿਆਰ ਦੇ ਪੁਤਲੇ ਨੇ, ਉਹਨਾਂ ਦੇ ਲਈ ਪਿਆਰ ਦੇ ਵਿੱਚ ਜੂਝ ਜਾਣਾ, ਕੋਈ ਤਮੰਨਾ ਨਹੀਂ, ਕੋਈ ਬਹਿਸ਼ਤ, ਕੋਈ ਜੰਨਤ, ਕੋਈ ਸਵਰਗ, ਕੋਈ ਕਾਮਨਾ ਨਹੀਂ ਹੈ। ਇਹ ਤਾਂ ਪਿਆਰ ਦੇ ਪੁਤਲੇ ਅੱਗ ਦੇ ਭਬੂਕੇ ਵਾਂਗ ਮੱਚਦੇ ਨੇ, ਮਚੇ ਨੇ। ਇਹਨਾਂ 4 ਦਹਾਕਿਆਂ ਨੇ ਦੁਨੀਆ ਨੂੰ ਦੱਸਿਆ ਕਿ 18ਵੀਂ ਸਦੀ ਦੇ ਸਿੱਖਾਂ ਵਾਂਗ ਇਹ ਵੀ ਗੁਰੂ ਦੇ ਪਿਆਰ ਦੇ ਵਿੱਚ ਸਰਸ਼ਾਰ ਕਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਦਰਜਨਾ ਸਿੰਘ ਉਸੇ ਰੌ ਰੀਤ 'ਤੇ ਚੱਲਦੇ ਆ ਜਿਹੜੀ ਕਦੇ ਬਾਬਾ ਗੁਰਬਖਸ਼ ਸਿੰਘ ਨੇ ਆਪਣੇ 30 ਸਾਥੀ ਸਿੰਘਾਂ ਦੇ ਨਾਲ ਅਬਦਾਲੀ ਦੀ ਫੌਜਾਂ ਨਾਲ ਟੱਕਰ ਲੈਂਦਿਆਂ ਜੂਝ ਕੇ ਸ਼ਹੀਦੀ ਪਾਈ ਸੀ। ਕਿ ਦੁਸ਼ਮਣ ਦਾ ਜਰਨੈਲ ਇਹ ਕਹਿਣ 'ਤੇ ਮਜਬੂਰ ਹੁੰਦਾ ਹੈ ਕਿ ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ। ਇਹ ਛੋਟੀ ਗੱਲ ਨਹੀਂ ਹੈ, ਇਹ ਇਤਿਹਾਸ। ਇਹਨਾਂ ਤਾਂ ਆਪਣੀ ਚਿੱਠੀ ਪੜਵਾਈ, ਪਰ ਗੁਰੂ ਸਾਹਿਬ ਨੇ ਕਿਹਾ ਇੱਕ ਤਾਂ ਇਹ ਪਿਆਰ ਦੇ ਪੁਤਲੇ ਹੋਣਗੇ, ਇੱਕ ਕਿਰਾੜ ਬਿਰਤੀ ਨੇ। ਕਿਰਾੜ ਕੋਈ ਜਾਤ ਸੂਚਕ ਨਹੀਂ ਹੈ। ਕਿਰਾੜ ਬਾਣੀਆਂ, ਵਪਾਰੀ, ਸ਼ਾਹੂਕਾਰ ਪੈਸੇ ਗਿਣਦਾ, ਉਹ ਦੇਖਦਾ ਕਿ ਇਸ 'ਚ ਫਾਇਦਾ ਕੀ ਹੈ, ਨੁਕਸਾਨ ਕੀ ਹੈ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜਿਹੜੇ ਕਿਰਾੜ ਬਿਰਤੀ ਹੋਣਗੇ ਉਹ ਕੂੜ ਦੇ ਰਾਹ 'ਤੇ ਚੜ੍ਹ ਜਾਣਗੇ, ਉਹਨਾਂ ਨੂੰ ਮੌਤ ਭੁੱਲ ਜਾਏਗੀ, ਕਿਉਂਕਿ ਉਹਨਾਂ ਦਾ ਫੋਕਸ ਜਿਹੜਾ ਹੈ ਉਹ ਧਨ ਦਾ ਕਮਾਣਾ, ਉਹ ਧਨ ਦੇ ਖੱਟੂ ਨੇ, ਅਤੇ ਇੱਧਰ ਪਿਆਰ ਦੇ ਪੁਤਲੇ ਨੇ। ਔਰ ਜੇ ਤੁਸੀਂ ਆਪਣਾ ਇਤਿਹਾਸ ਦੇਖੋ, ਇਹ ਪੈਰਲਲ ਕਰੰਟ ਚੱਲਦੇ ਨੇ। ਇੱਕ ਪਾਸੇ ਵਿਕਣ ਵਾਲੇ ਨੇ ਮੀਣੇ, ਮਸੰਦ, ਧੀਰਮਲੀਏ, ਰਾਮ ਰਾਈਏ, ਕੌਣ ਨੇ? ਇਹ ਕਿਰਾੜ ਨੇ। ਅੱਜ ਵੀ ਜੇ ਤੁਸੀਂ ਇੱਕ ਜੁੱਤੀਆਂ ਚੱਟਣ ਵਾਲੇ ਨੇ, ਇੱਕ ਜੁੱਤੀਆਂ ਖਾਣ ਵਾਲੇ ਨੇ, ਆ ਪੰਜਾਬ 'ਚ ਦੇਖ ਲਓ, ਦਿੱਲੀ 'ਚ ਦੇਖ ਲਓ, ਇਹਨਾਂ ਦੀਆਂ ਬਿਆਨਬਾਜ਼ੀਆਂ ਦੇਖ ਲਓ, ਅਤੇ ਤੁਹਾਨੂੰ ਬਹੁਤਾ ਵਰੀ ਨਹੀਂ ਕਰਨੀ ਚਾਹੀਦੀ ਇਹਨਾਂ ਲੋਕਾਂ ਬਾਰੇ। ਇਹ ਨਾਲ ਹੀ ਪੈਰਲਲ ਕਰੰਟ ਚੱਲਦਾ ਹੈ। ਧਿਆਨ ਦਿਓ ਉਹਨਾਂ ਪਿਆਰ ਦੇ ਪੁਤਲਿਆਂ ਵੱਲ ਜਿਹੜੇ ਇਸ ਰਸਤੇ 'ਤੇ ਤੁਰੇ, ਇਸ ਲਈ ਕਿ ਕੌਮ ਦਾ ਆਉਣ ਵਾਲਾ ਕੱਲ੍ਹ ਸ਼ਾਨ ਮਤਾ ਹੋਏ, ਮਾਣ ਮਤਾ ਹੋਏ। ਇਹ ਆਜ਼ਾਦੀ ਤਹਿਰੀਕਾਂ ਇਵੇਂ ਹੀ ਚੱਲਦੀਆਂ ਨੇ। ਕਈ ਵਾਰ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਉਹ ਯੁੱਗ ਬਦਲਾਊ ਪਲ ਆਉਂਦੇ ਨੇ, ਉਹ ਮਿਸ ਕਰ ਦਿੰਦੇ ਨੇ। ਇੰਡੀਵਿਜੂਅਲ ਲਾਈਫ 'ਚ ਵੀ ਹੁੰਦਾ। 47 ਦੇ ਦੌਰ ਦੀ ਅਕਸਰ ਗੱਲ ਹੁੰਦੀ ਹੈ, ਅਤੇ ਮੈਂ ਅਕਸਰ ਉਹਨੂੰ ਉਰਦੂ ਦੇ ਇੱਕ ਕਪਲੇਟ ਦੇ ਵਿੱਚ ਸਾਰੀ ਕਹਾਣੀ ਨੂੰ
बयानने की कोशिश करते हैं कि वो वक्त भी देखा तारीख की घड़ियों ने, जब लम्हों ने खता की सदियों ने सज़ा पाई। जून 84 ਸਾਡੇ ਲਈ ਇੱਕ ਫਾਈਨਲ ਵਾਟਰਸ਼ੈਡ ਬਣਿਆ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਅਲਫਾਜ਼ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਅੱਜ ਜਦੋਂ ਇੱਕ ਤੋਂ ਬਾਅਦ ਇੱਕ ਮਤਾ ਪੜ੍ਹਿਆ ਜਾ ਰਿਹਾ ਸੀ ਤੇ ਇਹ ਸਾਹਮਣੇ ਸੀ ਕਿ ਕਿਵੇਂ ਸ਼ਹੀਦਾਂ ਦਾ ਡੁੱਲਿਆ ਖੂਨ, ਔਰ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਸ਼ਹੀਦ ਕੀ ਜੋ ਮੌਤ ਹੈ वो कौम की हयात है। हयात पर्शियन जिंदगी ਨੂੰ ਕਹਿੰਦੇ ਨੇ। शहीद की जो मौत है वो कौम की हयात है। हयात तो हयात है, मौत भी हयात है। ਉਹ ਜਦੋਂ ਜਿਉਂਦੇ ਨੇ, ਤੁਸੀਂ ਕਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਤਸਵੀਰਾਂ ਦੇਖੋ, ਤੁਹਾਨੂੰ ਉਹਨਾਂ ਦੇ ਚਿਹਰਿਆਂ ਤੇ ਨੂਰ, ਉਹਨਾਂ ਦਾ ਜਲਵਾ, ਉਹਨਾਂ ਦਾ ਔਰ ਇਸ ਕਿਸਮ ਦਾ, ਔਰ ਜਿਨ੍ਹਾਂ ਨੇ ਉਹਨਾਂ ਦਾ ਸਾਥ ਮਾਣਿਆ ਉਹ ਸਾਡੇ ਵਾਂਗ ਸਨ। ਲੇਕਿਨ ਉਹ ਇੱਕ ਉਸ ਕਿਸਮ ਦੀਆਂ ਰੂਹਾਂ, ਜਦੋਂ ਤੁਸੀਂ ਪਿਆਰ ਦਾ ਰਸਤਾ ਚੁਣਦੇ ਹੋ ਫਿਰ ਆਲੇ ਦੁਆਲੇ ਦੀ ਪਰਵਾਹ ਨਹੀਂ ਹੁੰਦੀ। ਇਹ ਤਾਂ ਫਿਰ ਇਹ ਹੁੰਦਾ ਕਿ ਉਹ ਵੀ ਇਸ਼ਕ ਦਾ ਇੱਕ ਪੜਾਅ ਸਮਝੀ, ਆਪਣਾ ਪ੍ਰੀਤਮ ਜਿੱਥੇ ਰਿਝਾਈਦਾ ਹੈ, ਭਾਵੇਂ ਸੁੱਖ ਹੋਵੇ ਭਾਵੇਂ ਦੁੱਖ ਹੋਵੇ, ਉਹਦੇ ਹੁਕਮ ਵਿੱਚ ਸ਼ੁਕਰ ਮਨਾਈਦਾ ਹੈ। ਅੱਜ ਜਿਸ ਮੁਕਾਮ 'ਤੇ ਅਸੀਂ ਖੜ੍ਹੇ ਹਾਂ ਇਹ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਹੈ। ਔਰ ਇਹੀ ਖਾਲਿਸਤਾਨ ਕੋਈ ਇਹ ਨਹੀਂ ਹੈ ਕਿ ਕੋਈ ਅਲੋਕਾਰ ਅਸੀਂ ਮੰਗ ਕਰ ਰਹੇ ਹਾਂ। ਜੇ ਹਥਿਆਰਬੰਦ ਸੰਘਰਸ਼ ਦੀ ਗੱਲ ਕਰੀਏ, ਬਹੁਤ ਵਾਰ ਅੱਜ ਸਾਡਾ ਇੱਕ ਤਬਕਾ ਬਿਲਕੁਲ ਆਪਣੇ ਵਿਰਸੇ ਨਾਲੋਂ ਟੁੱਟ ਕੇ ਹੋਰ ਜਿਹੜੀ ਆ ਉਹਦੀ ਜਸਟੀਫਿਕੇਸ਼ਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੈਂ ਸਮਝਦਾ ਹਾਂ ਵੀ ਸਾਡੀ ਸਟਰਗਲ, ਸਾਡਾ ਕੇਸ, ਔਰ ਮੈਨੂੰ ਯਾਦ ਹੈ ਕਿ ਪਹਿਲੀ ਵਾਰ 1991-92 'ਚ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਜਿਹੜੇ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਸਨ, ਯੂਨੀਵਰਸਿਟੀ ਆਫ ਮੇਨ 'ਚੋਂ ਮਿਲੇ, ਬਰਕਲੇ ਯੂਨੀਵਰਸਿਟੀ ਦੇ ਇੱਕ ਸੈਮੀਨਾਰ ਦੇ ਵਿੱਚ, ਔਰ ਸਿੱਖ ਕੇਸ ਦੀ ਗੱਲ ਤੁਰਦੇ ਆ, ਮੈਂ ਉਹਨਾਂ ਨੂੰ ਕਿਹਾ ਕਿ ਭਾਈ ਸਾਡੀ ਵੀ ਕੋਈ ਆਵਾਜ਼ ਬਣੇ, ਐਕੈਡੈਮਿਕਸ 'ਚ ਕੋਈ ਆਵਾਜ਼ ਉੱਠੇ। ਔਰ ਜਿਉਂ-ਜਿਉਂ ਗੱਲ ਚੱਲ ਰਹੀ ਸੀ ਤੇ ਉਹਨਾਂ ਨੇ ਕਿਹਾ ਵੀ ਇੰਨਾ ਤੁਸੀਂ ਟਰਸਟ ਕਰਦੇ ਹੋ, ਤੁਹਾਨੂੰ ਕਿਉਂ ਲੱਗਦਾ ਮੈਂ ਜੋ ਲਿਖਾਂਗੀ ਤੁਹਾਡੇ ਹੱਕ 'ਚ ਹੋਏਗਾ। ਮੈਂ ਕਿਹਾ ਜੀ ਜਿਹੜਾ ਵੀ ਸੱਚ ਦੇ ਰਸਤੇ 'ਤੇ ਤੁਰਿਆ ਹੋਇਆ ਹੈ ਉਹ ਜੇ ਸਿੱਖ ਕੇਸ ਨੂੰ ਦੇਖੇਗਾ, ਸਾਡਾ ਕੇਸ ਇੰਨਾ ਸੱਚ ਹੱਕ 'ਤੇ ਖੜ੍ਹਾ ਹੈ ਕਿ ਇਟ ਕੈਨ ਸਟੈਂਡ ਦਾ ਸਕਰੂਟਨੀ ਆਫ ਐਨੀ ਕੋਰਟ ਇਨ ਦਾ ਵਰਲਡ। ਕਿਸੇ ਪਾਸਿਓਂ ਤੁਸੀਂ ਦੇਖ ਲਓ ਕਿ ਅਸੀਂ ਹਰ ਯਤਨ ਕੀਤਾ, ਅਸੀਂ ਇਹਨਾਂ ਨਾਲ ਸਾਡੀ ਕਿਸਮਤ ਜੁੜ ਗਈ, ਸਾਡੀ ਬਿਲਕੁਲ ਅਹਿਮਕ ਲੀਡਰਸ਼ਿਪ ਦੀ ਬਦੌਲਤ 47 ਦੇ ਦੌਰ ਦੀ। ਪਰ ਫਿਰ ਵੀ 37 ਸਾਲ ਅਸੀਂ ਯਤਨ ਕੀਤਾ ਕਿ ਕੋਈ ਨਾ ਕੋਈ ਤਰੀਕਾ, ਅਨੰਦਪੁਰ ਦਾ ਮਤਾ ਫਾਈਨਲ ਫੈਡਰਲ ਸਟਰਕਚਰ ਦੀ ਗੱਲ ਸੀ, ਲੇਕਿਨ ਜੇ ਇੱਕ ਪਾਸੇ ਤੁਹਾਡਾ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਤੁਹਾਡੇ ਖਿਲਾਫ ਟੋਟਲ ਵਾਰ ਡਿਕਲੇਅਰ ਕਰ ਦਿੱਤੀ ਜਾਂਦੀ ਹੈ, ਦੈਨ ਵਿਦ ਵਟ ਆਪਸ਼ਨ ਵੀ ਆਰ ਲੈਫਟ। ਔਰ ਜਿਸ ਯੂਨਾਈਟਿਡ ਨੇਸ਼ਨਸ ਦੀ ਅਸੀਂ ਗੱਲ ਕਰਦੇ ਹਾਂ, ਜਿਹੜੀ ਸੈਕੰਡ ਵਰਲਡ ਵਾਰ ਦੀ ਤਬਾਹੀ ਤੋਂ ਬਾਅਦ ਹੋਣ 'ਚ ਆਈ, ਉਹਦਾ ਪ੍ਰੀਐਂਬਲ ਹੈ। ਉਹਦੇ ਪ੍ਰੀਐਂਬਲ 'ਚ ਲਫ਼ਜ਼ ਨੇ, ਇਫ ਏ ਮੈਨ is not to be compelled as a last resort to rebellion, his human rights must be protected by the rule of the law। ਤੇ ਜੇ ਤੁਸੀਂ 10ਵੇਂ ਪਾਤਸ਼ਾਹ ਦਾ ਜ਼ਫਰਨਾਮਾ, ਉਸ ਦਾ ਉਹ ਸ਼ੇਅਰ ਜਿਹੜਾ ਉਹਨਾਂ ਨੇ ਔਰੰਗਜ਼ੇਬ ਨੂੰ ਮੁਖਾਤਬ ਕਰਕੇ ਕਿਹਾ ਸੀ, ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾਦ ਸ਼ਮਸ਼ੀਰੇ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ। ਇਉਂ ਜਾਪਦਾ ਇਸੇ ਨੂੰ ਹੀ ਉਹਨਾਂ ਦੇ ਪ੍ਰੀਐਂਬਲ 'ਚ ਟਰਾਂਸਲੇਟ ਕੀਤਾ ਗਿਆ। ਸੋ ਅਸੀਂ ਜਦੋਂ ਕਿ ਵਰਲਡ ਸਿੱਖ ਪਾਰਲੀਮੈਂਟ ਜਿਹੜੀ 2015 ਦੇ ਸਰਬੱਤ ਖਾਲਸਾ ਦੇ ਇੱਕ ਮਤੇ 'ਚੋਂ ਜਿਹੜੀ ਹੈ ਉਹ ਪ੍ਰਵਾਨ ਚੜ੍ਹੀ, 5ਵਾਂ ਸੈਸ਼ਨ ਇਸ ਸ਼ਹਿਰ ਦੇ ਵਿੱਚ, ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਤੁਹਾਡੀ ਮਹਿਮਾਨ ਨਵਾਜ਼ੀ ਪਿਛਲੇ 2 ਦਿਨ ਤੋਂ ਅਸੀਂ ਮਾਣ ਰਹੇ ਹਾਂ, ਔਰ ਅੱਜ ਜਿੰਨੀ ਵੱਡੀ ਗਿਣਤੀ 'ਚ ਲੋਕਲ ਨੌਜਵਾਨ ਸਿੱਖ ਸੰਗਤ ਵੀ ਜੁੜੀ ਹੈ, ਡੈਲੀਗੇਟ ਬਹੁਤ ਸਾਰੇ ਮੁਲਕਾਂ ਤੋਂ ਆਏ ਹੋਏ ਨੇ, ਬਹੁਤ ਸਾਰਿਆਂ ਦੇ ਲੈਟਰ ਆਫ ਅਪਰੂਵਲ ਨੇ। ਔਰ ਮਕਸਦ ਇਹੀ ਹੈ ਕਿ ਜਿਹੜਾ ਸੰਘਰਸ਼ ਸਾਡੇ ਸ਼ਹੀਦਾਂ ਦੇ ਡੁੱਲੇ ਖੂਨ ਦੇ ਨਾਲ ਸ਼ੁਰੂ ਹੋਇਆ, ਸੋਵਰਨਿਟੀ ਤਾਂ ਸਾਨੂੰ ਪਾਤਸ਼ਾਹ ਨੇ ਦਿੱਤੀ ਹੋਈ ਹੈ, ਇਹ ਨਹੀਂ ਹੈ 175 ਸਾਲ ਪਹਿਲਾਂ, ਠੀਕ 1849 ਤੱਕ ਸਾਡੇ ਕੋਲ ਮੌਜੂਦਾ ਵਲਾਇਤ ਤੋਂ ਦੁੱਗਣਾ ਏਰੀਏ ਦਾ 2.5 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਦਾ ਰਾਜ ਭਾਗ ਸੀ। ਅਸੀਂ ਬਾਦਸ਼ਾਹ, ਅਸੀਂ ਤਾਂ ਬੌਰਨ ਪਾਤਸ਼ਾਹ। ਔਰ ਸਾਡੀ ਜਿਹੜੀ ਸਪਿਰਿਟ ਹੈ, ਇਸ ਗੱਲ ਦਾ ਧਿਆਨ ਰਹੇ, ਇਹ ਗੁਲਾਮੀ ਦੂਜੀ ਸਟੇਟ ਆਫ ਮਾਈਂਡ ਹੁੰਦੀ ਹੈ।
ਇੱਕ ਜ਼ਮਾਨਾ ਸੀ ਜਦੋਂ 13 ਕਾਲਨੀਜ਼ ਅਮਰੀਕਾ ਦੀਆਂ ਬ੍ਰਿਟਿਸ਼ ਕਲੋਨੀਅਲ ਰਗੜ ਰਹੇ ਸੀ, ਸਾਰੇ ਸੁੱਤੇ ਸੀ ਕਿ ਏਡਾ ਵੱਡਾ ਬ੍ਰਿਟਿਸ਼ ਅੰਪਾਇਰ ਹੈ, ਤੇ ਇੱਕ ਗੋਰੇ ਨੇ ਖਲੋ ਕੇ ਇੱਕ ਸਧਾਰਨ ਜਿਹੀ ਕਨਵੈਨਸ਼ਨ 'ਚ ਕਿਹਾ ਸੀ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਹੁਣ ਗੱਲ ਬੜੀ ਸਾਫ਼ ਹੈ, ਤੇ ਅਸੀਂ ਆਪਣੇ ਬਜ਼ੁਰਗਾਂ ਦਾ 18ਵੀਂ ਸਦੀ 'ਚ ਦੇਖੀਏ, ਇੱਕੋ ਹੀ ਨਾਰਾ ਸੀ, ਰਾਜ ਕਰੇ ਹੈ ਇੱਕ ਹੈ ਲੜ ਮਰੇ ਹੈ, ਕਿ ਜਾਂ ਅਸੀਂ ਸਾਵਰਨ ਹੋਵਾਂਗੇ, ਪਾਤਸ਼ਾਹਤ ਲਵਾਂਗੇ, ਤੇ ਜਾਂ ਅਸੀਂ ਲੜਦੇ ਹੋਏ ਸ਼ਹੀਦੀ। ਔਰ ਸਾਡੇ ਦੋਨਾਂ ਹੱਥਾਂ 'ਚ ਲੱਡੂ ਨੇ, ਕਿਉਂਕਿ ਜੇ ਇਤ ਕੋ ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤ ਕੋ ਜਾਂ ਅਗਲੋ ਪਾਵਾ। ਜੇ ਲੜਦਿਆਂ ਸ਼ਹੀਦੀ ਮਿਲੀ ਤੇ ਰਾਜ ਹੈ, ਤੇ ਨਹੀਂ ਤਾਂ ਸ਼ਹੀਦੀ ਗੁਰੂ ਦੀ ਗੋਦ ਹੈ। ਸੋ ਵਰਲਡ ਸਿੱਖ ਪਾਰਲੀਮੈਂਟ ਨੇ 5 ਸੈਸ਼ਨਸ ਦੇ ਵਿੱਚ ਇਹ ਸਾਬਤ ਕੀਤਾ। ਬਹੁਤ ਵਾਰ ਇਸ ਕਿਸਮ ਦੇ ਜਿਹੜੇ ਮੈਜੋਰੀਟੇਰੀਅਨ ਜਦੋਂ ਕਲਚਰ ਆ ਜਾਂਦੇ ਨੇ, ਉਹ ਬਹੁਤ ਸਾਰਾ ਐਸਾ ਕੁਛ ਦੇਣ ਦੀ ਕੋਸ਼ਿਸ਼ ਕਰਦੇ ਨੇ ਜਿਨ੍ਹਾਂ ਦਾ ਪ੍ਰਭਾਵ ਲੋਕ ਕਬੂਲਦੇ ਨੇ। ਉਹਨਾਂ 'ਚੋਂ ਕਿਹਾ ਜੀ, ਸਿੱਖ ਤਾਂ ਰਾਜ ਲੈ ਸਕਦੇ ਨੇ, ਕਰ ਨਹੀਂ ਸਕਦੇ। ਸਿੱਖ ਜੀ ਇਹ ਤਾਂ ਗੁਰਦੁਆਰੇ ਮੈਨੇਜ ਨਹੀਂ ਹੁੰਦੇ ਜੀ, ਇਹ ਰਾਜ ਕਿਵੇਂ ਸਾਂਭ ਲੈਣਗੇ ਜੀ। ਹੁਣ ਤੁਸੀਂ ਦੇਖੋ, ਜੇ ਰਾਜ ਕਿਸੇ ਨੇ ਕੀਤਾ ਸੱਚਮੁੱਚ ਇੱਕ ਸਦੀ ਬਾਅਦ, ਜੇ ਅੱਜ ਵੀ 40 ਸਾਲ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਕ ਆਈਡੀਅਲ ਰਾਜ, BBC ਦੇ ਇੱਕ ਪ੍ਰੋਪਰ ਉਹਨਾਂ ਦੀ ਇੱਕ ਜਿਹੜੀ ਸਟੱਡੀ ਸੀ, ਉਹਦੇ 'ਚ ਉਹਨਾਂ ਨੇ ਕਿਹਾ ਵੀ 5-6 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਉਹ ਇੱਕ ਆਈਡੀਅਲ ਕਿੰਗਡਮ ਸੀ। ਤੇ ਜੇ ਤੁਸੀਂ ਪ੍ਰਬੰਧ ਦੇਖਣਾ ਹੈ, ਤੁਸੀਂ ਹੋਲਾ ਮਹੱਲਾ 'ਚ ਮਿਲੀਅਨਸ ਆਫ ਸਿੱਖ ਇਕੱਠੇ ਹੁੰਦੇ ਨੇ। ਅਨੰਦਪੁਰ ਸਾਹਿਬ ਹੈ, ਅੰਮ੍ਰਿਤਸਰ ਸਾਹਿਬ ਹੈ, ਯੂਬਾ ਸਿਟੀ ਕਦੇ ਤੁਸੀਂ ਨਵੰਬਰ ਦੇ ਪਹਿਲੇ ਹਫਤੇ ਆਓ, 2 ਲੱਖ ਸਿੱਖ ਹੁੰਦੇ ਨੇ। ਕੋਈ ਉਹਨਾਂ ਨੂੰ ਜਿਹੜਾ ਉੱਤੋਂ ਗਾਈਡ ਨਹੀਂ ਕਰ ਰਿਹਾ ਹੁੰਦਾ। COVID-19 ਦੇ ਚਲਦੇ ਆ ਦੁਨੀਆ ਭਰ 'ਚ ਸਿੱਖਾਂ ਨੇ ਕਿਸ ਕਿਸਮ ਦੀ ਹਿਊਮੈਨੀਟੇਰੀਅਨਿਜ਼ਮ ਦਾ ਵਿਖਾਵਾ ਕੀਤਾ। ਸੋ ਇਹ ਜਿਹੜਾ ਸਾਡਾ ਇਹ ਹੁਣ ਹੈ, ਜਿਵੇਂ ਹੁੰਦਾ ਹੈ ਕਿ ਵੀ ਬੈਨੀਫੈਕਟਰ ਇਜ਼ ਦਾ ਮੋਸਟ ਹੇਟਡ ਪਰਸਨ। ਇਹ 1000 ਸਾਲ ਦੀ ਗੁਲਾਮੀ ਜੁੱਤੀਆਂ ਖਾਂਦੇ ਰਹੇ ਨੇ, ਔਰ ਇਹਨਾਂ ਨੂੰ ਜਦੋਂ ਇਹ ਸਿੱਖਾਂ ਵੱਲ ਦੇਖਦੇ ਨੇ ਜਾਂ ਦੇਖਦੇ ਸੀ, ਤੇ ਇਹਨਾਂ ਨੂੰ ਲੱਗਦਾ ਸੀ ਵੀ ਇਹਨਾਂ ਦੇ ਸਾਹਮਣੇ ਅਸੀਂ ਬੌਣੇ ਹੈ, ਡਵਾਰਫ ਹੈ ਨਾ। ਸਾਡਾ ਇਤਿਹਾਸ ਹੈ ਝੂਠੀ ਮਾਈਥੋਲੋਜੀ ਦੇ ਉੱਤੇ ਧਰਮ ਖੜਾ ਕੀਤਾ ਹੋਇਆ ਹੈ, ਪੂਰਾ ਵਰਸਟ ਕਿਸਮ ਦਾ ਰੇਸਿਜ਼ਮ ਹਿਊਮਨ ਹਿਸਟਰੀ ਦਾ ਰਿਗਵੇਦ ਤੋਂ ਸ਼ੁਰੂ ਹੋ ਜਾਂਦਾ 3500 ਸਾਲ ਪਹਿਲਾਂ, ਜਿਹਦੇ 'ਚ ਵਰਣ ਆਸ਼ਰਮ, ਰੰਗ ਵਰਣ ਸੰਸਕ੍ਰਿਤ ਕਲਰ ਨੂੰ ਕਹਿੰਦੇ ਨੇ, ਰੰਗ ਤੇ ਬੇਸਡ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ, ਵਰਸਟ ਕਿਸਮ ਦਾ ਸਿਸਟਮ। ਔਰ ਇਹ ਸਿੱਖਾਂ ਦੀ ਖੂਬਸੂਰਤੀ ਹੈ। ਔਰ ਮੈਂ ਕਨਕਲੂਡ ਕਰਾਂ ਇਸ ਸੈਸ਼ਨ ਨੂੰ, ਦੇਖੋ ਅਲਟੀਮੇਟਲੀ ਕੌਮਾਂ ਦੀ ਜ਼ਿੰਦਗੀ 'ਚ ਤੁਹਾਡਾ ਇਰਾਦਾ, 19th ਸੈਂਚੁਰੀ ਐਂਡ 'ਚ ਕਿਸੇ ਨੇ ਸਲੋਗਨ ਘੜਿਆ ਸੀ, ਯੂ ਵਿਲ ਇਟ ਯੂ ਵਿਨ ਇਟ। ਤੇ ਸਾਡੇ ਗੁਰੂ ਪਾਤਸ਼ਾਹ ਨੇ ਨਿਸ਼ਚੈ ਕਰ ਆਪਣੀ ਜੀਤ ਕਰੋ 3 ਸਦੀਆਂ ਪਹਿਲਾਂ ਇਹ ਕਿ ਭਾਈ ਅਸੀਂ, ਸਾਡਾ ਇਹ ਰਿਜ਼ੋਲਵ ਹੋਣਾ ਚਾਹੀਦਾ, ਕਿਉਂਕਿ ਸਾਡਾ ਰਸਤਾ ਸੱਚ ਹੱਕ ਇਨਸਾਫ ਦਾ ਹੈ। ਅਸੀਂ ਰਾਜ ਕਿਸੇ ਦਾ ਹੱਕ ਖੋਣ ਲਈ ਨਹੀਂ ਲੈਣਾ। ਜਿਨ੍ਹਾਂ ਨੂੰ ਕੋਈ ਭੁਲੇਖਾ ਹੈ ਕਿ ਖਾਲਿਸਤਾਨ ਦਾ ਸੰਵਿਧਾਨ ਕੀ ਹੋਏਗਾ, ਖਾਲਿਸਤਾਨ ਦਾ ਤਰਜ਼ੇ ਹਕੂਮਤ ਕੀ ਹੋਏਗਾ, ਇਹ ਕੋਈ ਸਾਊਦੀ ਅਰੇਬੀਆ ਜਾਂ ਈਰਾਨ ਵਾਂਗ ਥਿਓਕ੍ਰੇਸੀ ਹੋਏਗੀ ਜਾਂ ਕੋਈ ਤਾਲਿਬਾਨ ਰਾਜ ਹੋਏਗਾ, ਉਹ ਖਾਲਿਸਤਾਨ ਦਾ ਐਲਾਨਨਾਮਾ ਜ਼ਰੂਰ ਪੜ੍ਹਨ। ਬਹੁਤ ਚੰਗੀ ਗੱਲ ਹੈ ਕਿ ਮਤਿਆਂ ਦੇ ਵਿੱਚ ਇੱਕ ਮਤਾ 29 ਅਪ੍ਰੈਲ 1986 ਦੇ ਖਾਲਿਸਤਾਨ ਦੇ ਐਲਾਨਨਾਮੇ ਨੂੰ ਵੀ ਸਮਰਪਿਤ ਹੈ, ਕਿਉਂਕਿ ਇਹ ਬੇਸਿਕਲੀ ਇਹ ਤੁਹਾਡੀ ਇੱਕ ਡਾਇਰੈਕਸ਼ਨ ਹੁੰਦੀ ਹੈ। ਕਨਸਟੀਟਿਊਸ਼ਨ ਲੋਕ ਬਣਾਉਂਦੇ ਨੇ। 4 ਜੁਲਾਈ 1776 ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਸੀ, ਉਹ ਰਿਜ਼ੋਲਵ ਸੀ ਕਿ ਵੀ ਅਸੀਂ ਨਹੀਂ ਰਹਿਣਾ ਇਹਨਾਂ ਕਲੋਨੀਅਲ ਬ੍ਰਿਟਿਸ਼ ਦੇ ਥੱਲੇ। ਜਦੋਂ ਉਹਨਾਂ ਨੇ ਲਿਬਰੇਟ ਕਰਵਾਇਆ, 13 ਕਾਲਨੀਜ਼ ਆਜ਼ਾਦ ਹੋਈਆਂ, 15 ਸਾਲ ਬਾਅਦ ਉਹਨਾਂ ਦਾ ਕਨਸਟੀਟਿਊਸ਼ਨ ਬਣਿਆ। ਇਵੇਂ ਹੀ ਸਾਡੀ ਡੈਕਲੇਰੇਸ਼ਨ ਇਸ ਗੱਲ ਦਾ ਇਰਾਦਾ ਹੈ ਕਿ ਭਾਈ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ, ਤੇ 10 ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਤੇ ਜਿਉਂ-ਜਿਉਂ ਤੁਸੀਂ ਉਸ ਡੈਕਲੇਰੇਸ਼ਨ 'ਚ ਸੋਸ਼ਲ, ਪੋਲੀਟੀਕਲ, ਐਜੂਕੇਸ਼ਨਲ ਸਿਸਟਮ ਦੇਖਦੇ ਹੋ ਕਿ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ, ਹੁਣ ਇਹ ਸਾਰੇ ਸਾਡੇ ਰਿਜ਼ੋਲਵ ਨੇ। ਔਰ ਵਰਲਡ ਸਿੱਖ ਪਾਰਲੀਮੈਂਟ ਨੇ ਇਹ ਸਾਬਤ ਕਰ ਦਿੱਤਾ ਹੈ। ਜਿਵੇਂ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਜ਼ਿਕਰ ਹੋਇਆ, ਉਹ ਇਵੇਂ ਬੇਖੌਫ ਇੱਕ ਜਰਨੈਲ, ਅਸੀਂ ਕਦੇ ਪੜ੍ਹਦੇ ਹੁੰਦੇ ਸੀ ਇਤਿਹਾਸ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਿਆਂਦਾ, ਪਿੰਜਰੇ ਦੇ ਵਿੱਚ ਹੈ, ਪਿੰਜਰੇ ਨੂੰ ਹਾਥੀ 'ਤੇ ਰੱਖਿਆ ਹੈ, ਹਾਥੀ ਦੇ ਉੱਤੇ ਵੀ ਇੱਕ ਤਲਵਾਰ ਦੇ ਕੇ ਬੰਦਾ ਬਿਠਾਇਆ, ਪਤਾ ਨਹੀਂ ਉੱਡੇ ਨਾ ਜਾਏ ਸਣੇ ਪਿੰਜਰੇ ਦੇ। ਇਵੇਂ ਹੀ ਜਥੇਦਾਰ ਹਵਾਰਾ ਨੂੰ ਪਿੰਜਰੇ 'ਚ ਲਿਆਂਦੇ ਰਹੇ। ਹੁਣ ਵੀ ਉਹ ਜਦੋਂ ਹੀ ਸਾਹਮਣੇ ਹੁੰਦੇ ਨੇ, ਹੁਣ ਤਾਂ ਉਹਨਾਂ ਨੂੰ ਥਰੂ ਵੀਡੀਓ ਲਿੰਕ ਪੇਸ਼ ਕਰਦੇ ਨੇ,
ਜੱਜ ਵੀ ਕੰਬ ਰਿਹਾ ਹੁੰਦਾ, ਪੈਰਾਂ 'ਚ ਬੇੜੀਆਂ ਨੇ, ਹੱਥਾਂ 'ਚ ਹੱਥਕੜੀਆਂ ਨੇ, ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ ਹੁੰਦਾ। ਗੁਲਾਮ ਉਹ ਬਣਦਾ ਜੋ ਗੁਲਾਮ ਰਹਿਣਾ ਚਾਹੁੰਦਾ। ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਦੁਨੀਆ ਦੀ ਕੋਈ ਕੌਮ ਗੁਲਾਮ ਨਹੀਂ ਬਣਾ ਸਕਦੀ, ਜਿੰਨਾ ਮਰਜ਼ੀ ਤਾਕਤਵਰ ਸਾਮਰਾਜ ਹੋਏ। ਅਸੀਂ ਇਹਨਾਂ 4 ਸਦੀਆਂ ਦੇ ਵਿੱਚ ਮੁਗਲ, ਦਰਾ ਖੈਬਰ ਪਾਰ ਦੇ ਧਾੜਵੀ, ਮਰਾਠੇ ਜਿਹੜੇ ਸਾਊਥ 'ਚੋਂ ਆਏ, ਪੰਜਾਬ 'ਚ 2 ਸਾਲ ਲਾਹੌਰ 'ਚ ਰਹੇ, ਜਿਨ੍ਹਾਂ ਬਾਰੇ ਪੰਜਾਬ ਦੇ ਲੋਕ ਅਖਾਣਾਂ 'ਚ ਇੱਕ ਬੋਲੀ ਹੈ, ਅਜੇ ਆਏ ਮਰਾਠੇ ਜਿਨ੍ਹਾਂ ਵਸਦਿਆਂ ਵੀ ਪੱਟੇ। ਉਹ ਤੇ ਅੰਗਰੇਜ਼ ਔਰ ਫਿਰ ਅੱਜ ਦੇ ਹਿੰਦੂ ਤਵੀ ਇਹਨਾਂ ਨੂੰ ਚੱਲਦਾ ਕੀਤਾ। ਇਹ ਉਹ ਦਿਨ ਦੂਰ ਨਹੀਂ ਹੈ। ਇਹ ਪਿਛਲਾ ਸਾਰਾ ਵਰ੍ਹਾ ਭਾਵੇਂ ਇੱਕ ਬੜਾ ਟ੍ਰੈਜਡੀ ਵਾਲਾ ਵਰ੍ਹਾ ਵੀ ਸੀ। ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਔਰ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਜਿਹੜੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਨੇ। ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ 2.5 ਸਾਲ ਤੋਂ ਜਿਹੜੀ ਚੱਲ ਰਹੀ ਹੈ, ਜਿਹਨੇ ਇਹ ਭੁਲੇਖਾ ਵੀ ਕੱਢ ਦਿੱਤਾ ਹੈ, ਨਹੀਂ ਤਾਂ ਇਹਨਾਂ ਦਾ ਪ੍ਰਚਾਰ ਸੀ ਜੀ ਐਵੇਂ 2.5 ਟੋਟਲੂ ਨੇ, ਇਹਨਾਂ ਨੇ ਐਵੇਂ ਦੁਕਾਨਾਂ ਖੋਲ੍ਹੀਆਂ ਹੋਈਆਂ, ਨਾਰੇ ਨੂਰੇ ਲਾਈ ਜਾਂਦੇ ਨੇ। ਜਿਵੇਂ ਲੱਖਾਂ ਦੀ ਗਿਣਤੀ 'ਚ ਸਿੱਖ ਬਾਹਰ ਨਿਕਲੇ, ਕੌਮ ਜਾਗਦੀ ਹੈ। ਔਰ ਇਹੀ ਗੱਲ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖੇ ਲੈਟਰ 'ਚ ਕਹੀ ਸੀ, ਵੈਨ ਦਾ ਨੇਸ਼ਨਸ ਅਵੇਕ ਹਿਸਟਰੀ ਸ਼ਿਵਰਸ, ਕਿ ਜਦੋਂ ਕੌਮਾਂ ਖਲੋ ਜਾਂਦੀਆਂ ਨੇ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਅੱਜ ਅਸੀਂ ਉਹ ਮੂਮੈਂਟਸ ਮਹਿਸੂਸ ਕਰ ਸਕਦੇ ਹਾਂ। ਸ਼ਹੀਦਾਂ ਦੇ ਡੁੱਲੇ ਖੂਨ ਨੇ ਅੱਜ ਦੁਨੀਆ ਭਰ ਦੇ ਵਿੱਚ ਉਹ ਮਾਹੌਲ ਪੈਦਾ ਕੀਤਾ ਹੈ। ਸਾਡੇ ਨਿਸ਼ਾਨ ਹਰ ਥਾਂ ਝੂਲਦੇ ਨੇ। ਇਹਨਾਂ ਸਾਰੀਆਂ ਹੀ 4 ਹਕੂਮਤਾਂ ਨੇ 4 ਸਦੀਆਂ 'ਚ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਜ ਜਿੱਥੋਂ ਸੂਰਜ ਇਸ ਧਰਤੀ ਦੇ ਉੱਤੇ ਪਹਿਲੀਆਂ ਕਿਰਨਾਂ ਪੈਂਦੀਆਂ ਨੇ ਨਿਊਜ਼ੀਲੈਂਡ 'ਚ, ਉੱਥੇ ਵੀ ਖਾਲਸੇ ਦੇ ਝੰਡੇ ਝੂਲਦੇ ਨੇ। ਜਿੱਥੇ ਸੂਰਜ ਡੁੱਬਦਾ ਇਸ ਪਲੈਨਟ ਦਾ, ਵੈਨਕੂਵਰ, ਸਿਆਟਲ 'ਚ, ਉੱਥੇ ਵੀ ਝੰਡੇ ਝੂਲਦੇ ਨੇ। ਆਲਰੇਡੀ ਖਾਲਸਾ ਦੁਨੀਆ ਭਰ ਦੇ ਵਿੱਚ ਉਸ ਨੇ ਆਪਣਾ ਹਿਊਮੈਨੀਟੇਰੀਅਨ ਮਿਸ਼ਨ ਵੀ ਸਾਬਤ ਕੀਤਾ ਹੈ। ਤੁਸੀਂ ਮਿਹਨਤ ਦੇ ਨਾਲ, ਕਾਮਯਾਬੀ ਨਾਲ, ਪਹਿਲੀ ਜਨਰੇਸ਼ਨ, ਦੂਸਰੀ ਜਨਰੇਸ਼ਨ, ਤੁਹਾਡੇ ਬੱਚੇ ਬੱਚੀਆਂ, ਅੱਜ ਜਿੰਨੀ ਵੱਡੀ ਗਿਣਤੀ 'ਚ ਨੌਜਵਾਨ ਬੱਚੇ ਬੱਚੀਆਂ ਆਏ ਨੇ, ਇਹ ਸਾਡੀ ਹੋਪ ਨੇ ਔਰ ਇਹਨਾਂ ਦੇ ਉੱਤੇ ਅਸੀਂ ਟੇਕ ਵੀ ਰੱਖਦੇ ਹਾਂ। ਪਰ ਸਾਡਾ ਰਿਜ਼ੋਲਵ ਕਮਜ਼ੋਰ ਨਹੀਂ ਹੋਣਾ ਚਾਹੀਦਾ। ਗੁਰੂ ਪਾਤਸ਼ਾਹ ਨੇ ਸਾਨੂੰ ਪਾਤਸ਼ਾਹਤ ਦਿੱਤੀ ਹੋਈ ਹੈ। ਗੁਰੂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਸਤਿਗੁਰੂ ਰਹਿਮਤ ਕਰਨ। ਮੈਂ ਇਸ 5ਵੇਂ ਸੈਸ਼ਨ ਦੀ ਕਲੋਜ਼ਿੰਗ ਵੱਲ ਜਿਹੜਾ ਉਹ ਇਸ਼ਾਰਾ ਕਰ ਰਿਹਾ। ਆਉਣ ਵਾਲੇ ਸੈਸ਼ਨ 'ਚ ਕਿਸ ਮੁਲਕ 'ਚ ਰੱਖਣਾ ਹੈ, ਮੇਰਾ ਖਿਆਲ ਹੈ ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਹਾਇਰ ਕਮੇਟੀ ਆ ਉਹ ਡਿਸਾਈਡ ਕਰੇਗੀ। ਤੁਸੀਂ ਬੜੇ ਚੰਗੇ ਢੰਗ ਨਾਲ 2 ਦਿਨ ਜਿਹੜਾ ਇਸ ਸਾਰੇ ਨੂੰ ਡਿਸਕਸ ਕੀਤਾ, ਇਸ਼ੂਜ਼ ਆਏ ਅੱਡ-ਅੱਡ। ਔਰ ਇਹ ਵਰਲਡ ਸਿੱਖ ਪਾਰਲੀਮੈਂਟ ਇੱਕ ਉਹ ਪਲੇਟਫਾਰਮ ਹੈ ਜਿਹਦੇ 'ਚ ਇਹ ਠੀਕ ਹੈ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ ਪੋਲੀਟੀਕਲ ਗੋਲ ਸਾਡਾ ਅਲਟੀਮੇਟਲੀ ਖਾਲਿਸਤਾਨ ਹੈ, ਪਰ ਹਰ ਇੱਕ ਦੇ ਲਈ ਇਸ ਦੇ ਵਿੱਚ ਸਪੇਸ ਹੈ। ਜਿਹੜਾ ਐਜੂਕੇਸ਼ਨ ਦੇ ਫੀਲਡ 'ਚ ਕੰਮ ਕਰਨਾ ਚਾਹੁੰਦਾ ਹੈ, ਹਿਊਮੈਨੀਟੇਰੀਅਨ ਹੈ, ਧਾਰਮਿਕ ਵਿੱਦਿਆ। ਔਰ ਕੱਲ੍ਹ ਵੀ ਮੈਂ ਇਹ ਕਿਹਾ ਸੀ, ਮੈਂ ਕਿਹਾ ਸਾਡਾ ਮਾਡਲ ਅਨੰਦਪੁਰ ਸਾਹਿਬ ਦਾ ਮਾਡਲ ਹੈ। ਭਾਈ ਨੰਦ ਲਾਲ ਕਲਮ ਚਲਾਉਂਦੇ ਨੇ, ਜੇ ਤਲਵਾਰ ਲੈ ਕੇ ਆਉਂਦੇ ਨੇ 10ਵੇਂ ਪਾਤਸ਼ਾਹ ਇੱਕ ਹੋਰ ਕਲਮ ਦਿੰਦੇ ਨੇ, ਨਹੀਂ ਭਾਈ ਸਾਹਿਬ ਤੁਹਾਡੇ ਜ਼ਿੰਮੇ ਇਹੀ ਕੰਮ ਹੈ। ਭਾਈ ਕਨਈਆ ਪਾਣੀ ਦੀ ਮਸ਼ਕ ਨਾਲ ਸੱਜਣ ਔਰ ਦੁਸ਼ਮਣ ਸਭ ਨੂੰ ਸਰਵ ਕਰਦੇ ਨੇ। ਸ਼ਿਕਾਇਤ ਹੁੰਦੀ ਹੈ ਤੇ ਉਹ ਕਹਿੰਦੇ ਨੇ ਤੈਨੂੰ ਪਿਆ ਪਿਲਾਵਾਂ ਪਾਣੀ ਮੇਰੇ ਦਿਲ ਦੇ ਸਾਈਂ, ਤੇ 10ਵੇਂ ਪਾਤਸ਼ਾਹ ਮਲਮ ਦੀ ਡੱਬੀ ਦੇ ਕੇ ਕਹਿੰਦੇ ਨੇ ਨਹੀਂ ਭਾਈ ਸਾਹਿਬ ਜਿੱਥੇ ਤੁਸੀਂ ਪਾਣੀ ਪਿਆਉਂਦੇ ਹੋ ਉੱਥੇ ਜ਼ਖਮਾਂ ਦੇ ਮਲਮ ਵੀ ਲਾਓ। ਪਰ ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਜਿਹੜਾ ਮਸਤ ਹਾਥੀਆਂ ਦੇ ਰਾਹ ਮੋੜਦਾ ਹੈ, ਗੁਲਾਮੀ ਦੇ ਸੰਗਲ ਕੱਟ ਰਿਹਾ, ਇਹ ਪੂਰੀ ਆਨੰਦ ਹੈ, ਸਿਟੀ ਆਫ ਬਲਿਸ, ਜਿੱਥੇ ਆਪਣੇ ਪਿਆਰੇ ਨੂੰ ਰਿਝਾ ਰਹੇ ਨੇ। ਅਸੀਂ ਵੀ ਸਤਿਗੁਰੂ ਦੀ ਰਹਿਮਤ ਦੇ ਨਾਲ ਹਰ ਇੱਕ ਸਿੱਖ ਇਸ ਫਰਜ਼ ਨੂੰ ਪਛਾਣੇ ਕਿ ਉਹ ਕੋਈ ਨਾ ਕੋਈ ਉਹ ਗਿਫਟ ਲੈ ਕੇ ਆਇਆ ਨਿਰੰਕਾਰ ਤੋਂ, ਔਰ ਉਹਨੇ ਕਿਵੇਂ ਆਪਣੀ ਕੌਮ ਦੀ ਬਿਹਤਰੀ ਦੇ ਲਈ, ਕੌਮ ਦੇ ਗਲੋਂ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਵੀ ਉਹਨੇ ਯੋਗਦਾਨ ਪਾਉਣਾ। ਤੁਸੀਂ ਪਰਿਵਾਰ ਪਾਲੋ, ਬਹੁਤ ਚੰਗਾ ਘਰ ਹੋਏ, ਬਹੁਤ ਚੰਗੀ ਤੁਹਾਡੇ ਕੋਲ ਗੱਡੀ ਹੋਏ, ਬਹੁਤ ਤੁਸੀਂ ਕਾਮਯਾਬ ਹੋਵੋ, ਇਹ ਬਿਲਕੁਲ ਇਹ ਰੱਖਣਾ ਮਿਸ਼ਨ ਵੀ ਠੀਕ ਹੈ, ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਭਾਈ ਸਾਡੀ ਸ਼ਖਸੀ ਜੀਵਨ ਦੇ ਨਾਲ ਨਾਲ ਪੰਥਕ ਜੀਵਨ ਵੀ ਹੈ। 2 ਵੇਲੇ ਮੰਗਦੇ ਹਾਂ ਅਸੀਂ ਗੁਰੂ ਤੋਂ, ਅਕਾਲ ਪੁਰਖ ਤੋਂ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ।
ਹੁਣ ਬੋਲਬਾਲਾ ਲਫ਼ਜ਼ ਫਾਰਸੀ ਦਾ ਹੈ, ਜਿਸ ਦਾ ਮਤਲਬ ਹੈ ਖਾਲਸੇ ਦਾ ਬੋਲ ਉੱਚਾ। ਜਿਸ ਨੂੰ ਸਰਦਾਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਹੋਏ ਨੇ, ਉਹਨਾਂ ਨੇ ਇਹਨੂੰ ਟਰਾਂਸਲੇਟ ਕੀਤਾ, ਦਾ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਇਹ ਹੈ ਖਾਲਸਾ ਜੀ ਕੇ ਬੋਲਬਾਲੇ। ਇਹ ਮਹਿਜ਼ ਪੜ੍ਹਨ ਲਈ ਨਹੀਂ ਹੈ। ਖਾਲਿਸਤਾਨ ਅਲਟੀਮੇਟਲੀ ਖਾਲਸਾ ਜੀ ਕੇ ਬੋਲਬਾਲੇ ਹੈ ਕਿ ਦਰਿਆਏ ਜਮਨਾ ਤੋਂ ਵਾਹਗਾ ਤੱਕ ਜਿਹੜਾ ਕਰੀਡਲ ਹੈ ਸਾਡੀ ਸਿੱਖ ਸਿਵਲਾਈਜੇਸ਼ਨ ਦਾ, ਉੱਥੇ ਗੁਰੂਆਂ ਦੇ ਮਿਸ਼ਨ ਨੂੰ ਪ੍ਰਫੁੱਲਤ ਕਰਨ ਦੇ ਲਈ ਇੱਕ ਪੋਲੀਟੀਕਲ ਸੈਟਅਪ, ਪੋਲੀਟੀਕਲ ਪਾਵਰ, ਪੋਲੀਟੀਕਲ ਸੋਵਰਨਿਟੀ ਵਾਲਾ ਮੁਲਕ ਸਾਡਾ ਹੋਏਗਾ। ਔਰ ਬਹੁਤ ਜਲਦੀ 193 ਮੁਲਕਾਂ ਦੇ ਨਾਲ ਯੂਨਾਈਟਿਡ ਨੇਸ਼ਨਸ ਦੇ ਹੈੱਡਕੁਆਰਟਰ ਨਿਊਯਾਰਕ 'ਚ 194 ਮੁਲਕ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ। ਔਰ ਦਾ ਹਾਊਸ ਇਜ਼ ਐਡਜॉर्न्ड। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ